ਪਾਸੀ ਸਾਹਿਬ ਵੈਸੇ ਅੱਜ ਸਾਰੇ ਮਹਿਮਾਨ ਸਟੂਡੀਓ 'ਚ ਮੌਜੂਦ ਨੇ, ਤੁਸੀਂ ਵੀ ਆ ਜਾਂਦੇ ਵਧੀਆ ਗੱਲ ਸੀ। ਪਰ ਮੈਂ ਤੁਹਾਡੇ ਤੋਂ ਪਹਿਲੀ ਗੱਲ ਤੋਂ ਇੱਥੇ ਹੀ ਸ਼ੁਰੂਆਤ ਕਰਦਾ ਹਾਂ। ਸਿੱਧੂ ਖੇਡ ਵਿਗਾੜ ਸਕਦੇ ਨੇ। ਸਿੱਧੂ ਦੀ ਐਂਟਰੀ ਆ ਜੇਲ੍ਹ ਤੋਂ ਰਿਹਾਈ ਬਾਈ ਇਲੈਕਸ਼ਨ ਤੋਂ ਠੀਕ ਪਹਿਲਾਂ ਇੱਕ ਬਾਈ ਇਲੈਕਸ਼ਨ ਸੰਗਰੂਰ ਵਾਲੀ ਤੁਹਾਡੇ ਹੱਥੋਂ ਜਾ ਚੁੱਕੀ ਹੈ ਤੇ ਉਸ ਤੋਂ ਬਾਅਦ ਇਹ ਬਹੁਤ ਵੱਡੀ ਅਗਨੀ ਪ੍ਰੀਖਿਆ ਦੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਦੇ ਲਈ ਕਹੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਿਲਕੁਲ ਮੇਰਾ ਵੀ ਮਨ ਸੀ ਕਿ ਮੈਂ ਸਟੂਡੀਓ 'ਚ ਆ ਜਾਂਦਾ, ਪਰ ਰੁਝੇਵੇਂ ਬਹੁਤ ਜ਼ਿਆਦਾ ਹੋ ਗਏ ਸੀ ਗੌਰਵ ਜੀ। ਤੇ ਮੈਂ ਵੀ ਚਾਹੁੰਦਾ ਸੀ, ਕਲੇਰ ਸਾਹਿਬ ਭਰਾ ਬੈਠੇ ਆ ਇੱਥੇ, ਕਾਲੋ ਸਾਹਿਬ ਬੈਠੇ ਆ। ਪਹਿਲੀ ਗੱਲ ਤਾਂ ਮੈਂ ਸਿੱਧੂ ਸਾਹਿਬ ਦੇ ਪਰਿਵਾਰ ਨੂੰ, ਸਿੱਧੂ ਸਾਹਿਬ ਨੂੰ, ਉਹਨਾਂ ਦੇ ਬੱਚਿਆਂ ਨੂੰ ਇਸ ਗੱਲ ਦੀ ਖੁਸ਼ੀ ਸਾਂਝਾ ਕਰਦਾ, ਮੁਬਾਰਕਬਾਦ ਦੇਣਾ ਕਿ ਸਿੱਧੂ ਸਾਹਿਬ ਕੱਲ੍ਹ ਨੂੰ ਪਰਿਵਾਰ 'ਚ ਆਉਣਗੇ। ਕਿਉਂਕਿ ਦੇਖੋ, ਹਰ ਪਰਿਵਾਰ ਦੀਆਂ ਇੱਛਾਵਾਂ, ਆਸ਼ਾਵਾਂ, ਬੱਚੇ 1 ਸਾਲ ਤੋਂ ਉਹਨਾਂ ਤੋਂ ਦੂਰ ਹੈ ਤੇ ਬਹੁਤ ਅੱਛੀ ਗੱਲ ਹੈ ਉਹਨਾਂ ਦੇ ਪਰਿਵਾਰ ਦੇ ਲਈ। ਮੈਂ ਇਸ ਚੀਜ਼ ਤੋਂ ਬਹੁਤ ਉਹਨਾਂ ਨੂੰ ਮੈਂ ਮੁਬਾਰਕਬਾਦ ਦੇਣਾ। ਤੇ ਸਿੱਧੂ ਸਾਹਿਬ ਨੋ ਡਾਊਟ, ਦੇਖੋ ਨਵਜੋਤ ਸਿੱਧੂ ਜੀ ਇੱਕ ਬਹੁਤ ਅੱਛੇ ਵਕਤਾ ਵੀ ਹੈ ਔਰ ਸੀਨੀਅਰ ਲੀਡਰ ਵੀ ਹੈ ਗੌਰਵ ਜੀ, ਮੈਂ ਇਸ ਚੀਜ਼ ਤੋਂ ਇਨਕਾਰ ਨਹੀਂ ਕਰਦਾ। ਪਰ ਜਿੱਦਾਂ ਕਾਲੋ ਸਾਹਿਬ ਨੇ ਕਿਹਾ ਕਿ ਉਹ ਕਾਂਗਰਸ ਲਈ ਐਸੈਟ ਸਾਬਤ ਹੋਣਗੇ, ਮੈਂ ਹਲੇ ਤਾਂ ਨਹੀਂ ਕਹਿ ਸਕਦਾ, ਇਹਦਾ ਭਵਿੱਖ ਦੇ ਗਰਭ 'ਚ ਹੈ ਕਿ ਉਹ ਕਾਂਗਰਸ ਲਈ ਐਸਿਡ ਸਾਬਤ ਹੋਣਗੇ ਜਾਂ ਐਸਿਡ ਸਾਬਤ ਹੋਣਗੇ। ਐਸਿਡ ਜਾਂ ਐਸਿਡ, ਕਿਉਂਕਿ ਪਿਛਲਾ ਅਸੀਂ ਦੇਖਿਆ ਕਿ ਲਗਾਤਾਰ ਕਾਂਗਰਸ ਜਿਹੜੀ ਆ ਧੜੇਬੰਦੀ ਦੀ ਸ਼ਿਕਾਰ ਰਹੀ ਹੈ ਔਰ ਉਹਦੇ ਵਿੱਚ ਸਿੱਧੂ ਸਾਹਿਬ ਦਾ ਵੀ ਜਿਹੜਾ ਧੜਾ ਅੱਜ ਖੁਸ਼ੀ ਮਨਾ ਰਿਹਾ। ਪਰ ਕੱਲ ਪਤਾ ਲੱਗੇਗਾ, 24 ਘੰਟੇ ਦੇ ਬਾਅਦ ਆਪਾਂ ਫਿਰ ਡਿਬੇਟ ਤੇ ਕਿਤੇ ਨਾ ਕਿਤੇ ਬੈਠਾਂਗੇ ਕਿ ਕਿਹੜੇ ਸੀਨੀਅਰ ਲੀਡਰ ਉਹਨਾਂ ਨੂੰ ਵੈਲਕਮ ਕਰਨ ਗਏ ਹੈ, ਕੀ ਧੜੇਬੰਦੀ ਦੀ ਪੋਜੀਸ਼ਨ ਹੈ। ਪਰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੈਂ ਫਿਰ ਇਹੀ ਗੱਲ ਕਹੂੰਗਾ ਕਿ ਉਹਨਾਂ ਦੇ ਪਰਿਵਾਰ ਲਈ ਇੱਕ ਬਹੁਤ ਅੱਛੀ ਖਬਰ ਹੈ। ਹਾਂ, ਜਿੱਥੋਂ ਤੱਕ ਤੁਸੀਂ ਅਗਨੀ ਪ੍ਰੀਖਿਆ ਦੀ ਗੱਲ ਕੀਤੀ ਹੈ, ਬਿਲਕੁਲ ਜਿਹੜੀ ਪਾਰਟੀ ਸਰਕਾਰ 'ਚ ਹੁੰਦੀ ਹੈ, ਹਰ ਜ਼ਿਮਨੀ ਚੋਣ ਜੀ ਉਹਨਾਂ ਦੇ ਲਈ ਜਿਹੜਾ ਹੈ ਇੱਕ ਐਗਜ਼ਾਮ ਹੁੰਦੀ ਹੈ। ਸੰਗਰੂਰ ਦੇ ਇਲੈਕਸ਼ਨ ਦੇ ਵਿੱਚ ਹਾਲਾਤ ਕੁਝ ਹੋਰ ਸੀਗੇ, ਲੇਕਿਨ ਫਿਰ ਵੀ ਜਿਹੜਾ ਹੈ ਤਿੰਨੋਂ ਪਾਰਟੀਆਂ, ਰਵਾਇਤੀ ਪਾਰਟੀਆਂ, ਅਕਾਲੀ ਦਲ, ਕਾਂਗਰਸ, ਬੀਜੇਪੀ ਦੀ ਮਿਲਾ ਕੇ ਜਿੰਨੀਆਂ ਵੋਟਾਂ, ਉਸ ਤੋਂ ਕਿਤੇ ਵੱਧ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਸੀ। ਠੀਕ ਹੈ। ਔਰ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਵੀ ਜਿਹੜੀ ਹੈ ਆਮ ਆਦਮੀ ਪਾਰਟੀ ਸਭ ਤੋਂ ਵੱਡਾ ਇੱਕ ਧਿਰ ਹੋਏਗੀ, ਬਹੁਤ ਵੱਡਾ ਧਿਰ ਹੋਏਗਾ, ਤੁਸੀਂ ਦੇਖੋਗੇ। ਕਿਉਂਕਿ ਆਮ ਲੋਕ ਆਪਾਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੂੰ, ਉਹਨਾਂ ਦੇ ਜਿਹੜੇ ਕਮਿਟਡ ਵਰਕਰ ਕਹਿ ਲਓ ਜਾਂ ਉਹਨਾਂ ਦੇ ਜਿਹੜੇ ਅਹੁਦੇਦਾਰਾਂ ਦੀ ਗੱਲ ਨਾ ਕਰੀਏ, ਉਹ ਤਾਂ ਕਹਿਣਗੇ ਹੀ ਕਿ ਆਮ ਆਦਮੀ ਪਾਰਟੀ 'ਚ ਇਹ ਕਮੀ, ਉਹ ਕਮੀ। ਆਮ ਪਬਲਿਕ ਅੱਜ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਖੁਸ਼ ਹੈ ਔਰ ਸਾਨੂੰ ਬਹੁਤ ਆਸ ਹੈ, ਕਿਉਂਕਿ ਅਸੀਂ ਜਿਹੜਾ ਹੈ ਜਿੱਦਾਂ ਬਿਜਲੀ ਵਾਲਾ ਹੋ ਗਿਆ, ਹੋਰ ਬਹੁਤ ਮੁਹੱਲਾ ਕਲੀਨਿਕ, ਕਾਫੀ ਕੁਝ ਮੈਂ ਇਸ ਡਿਬੇਟ ਤੁਹਾਨੂੰ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਨਾਲ ਕੋਈ ਜ਼ਿਆਦਾ ਫਰਕ ਪੈਂਦਾ ਨਜ਼ਰ ਨਹੀਂ ਆ ਰਿਹਾ ਬਾਸੀ ਜੀ। ਦੇਖੋ, ਮੈਨੂੰ ਜਿੱਥੋਂ ਤੱਕ ਲੱਗਦਾ, ਤੁਸੀਂ ਕੁਝ ਘਟਨਾਵਾਂ ਯਾਦ ਕਰਾ ਦਿੰਦਾ ਤੁਹਾਨੂੰ ਮੈਂ ਜੀ, ਕਿ ਜਿੱਦਣ ਸਿੱਧੂ ਸਾਹਿਬ ਨੂੰ ਪ੍ਰਧਾਨ ਥਾਪਿਆ ਸੀਗਾ, ਉਦੋਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਮੂਹਰੇ ਖੜ ਕੇ ਛੱਕੇ ਮਾਰੇ ਸੀ ਸਟੇਜ ਤੋਂ ਹੀ। ਇੱਕੋ ਲਖੀਮਪੁਰ ਖੀਰੀ ਦੇ ਵਿੱਚੋਂ ਜਦੋਂ ਮਾਈਕ ਖੁੱਲਾ ਰਹਿ ਗਿਆ ਸੀਗਾ। ਕੁਝ ਘਟਨਾਵਾਂ ਐਸੀਆਂ ਹੈ ਜੋ ਇਹ ਦਰਸਾਉਂਦੀਆਂ ਕਿ ਇਹ ਤਾਂ ਵਕਤ ਦੱਸੇਗਾ ਕਿ ਉਹ ਐਸਿਡ ਸਾਬਿਤ ਹੁੰਨੇ ਆ ਜਾਂ ਐਸਿਡ ਸਾਬਿਤ। ਠੀਕ ਹੈ, ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਇੱਕ ਵਾਰ ਸਾਰਿਆਂ ਦਾ ਰੁਖ ਕਰ ਲਵਾਂ। ਐਸਿਡ ਨੇ ਜਾਂ ਫਿਰ ਐਸਿਡ ਨੇ ਪਾਰਟੀ ਦੇ ਲਈ, ਉਸ ਦੇ ਉੱਤੇ ਗੱਲ ਹੋਏਗੀ। ਕਲੇਰ ਸਾਹਿਬ, ਇੱਕ ਰਿਐਕਸ਼ਨ ਪਹਿਲਾਂ, ਕਿਉਂਕਿ ਜਿਹੜੀ ਸੰਗਰੂਰ ਦੀ ਇਲੈਕਸ਼ਨ ਹੋਈ ਉਹ ਅਕਾਲੀ ਦਲ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਸੀ। ਅਕਾਲੀ ਦਲ 5ਵੇਂ ਨੰਬਰ ਦੇ ਉੱਤੇ ਆਇਆ, ਤੁਸੀਂ ਬੰਦੀ ਸਿੰਘਾਂ ਦਾ ਮੁੱਦਾ ਚੁੱਕਿਆ ਸੀ। ਹੁਣ ਜਲੰਧਰ ਜ਼ਿਮਨੀ ਚੋਣ ਦੇ ਵਿੱਚ ਲਾਜ਼ਮੀ ਤੌਰ ਤੇ ਅਕਾਲੀ ਦਲ ਵੀ ਪੂਰੀ ਜਾਨ ਔਰ ਤਾਕਤ ਲਗਾਏਗਾ। ਸਿੱਧੂ ਦੀ ਐਂਟਰੀ ਤੁਹਾਨੂੰ ਲੱਗਦਾ ਕਿ ਕੁਝ ਪਲਟ ਸਕਦੀ ਹੈ, ਜਾਂ ਕਾਂਗਰਸ ਵਾਲੇ ਪਾਸੇ ਜਾਂ ਦੂਜੇ ਵਾਲੇ ਪਾਸੇ, ਜਾਂ ਤੁਹਾਨੂੰ ਉਸ ਦਾ ਕਿਸੇ ਤਰੀਕੇ ਨਾਲ ਕੋਈ ਫਾਇਦਾ ਹੋ ਸਕਦਾ ਹੈ? ਦੇਖੋ ਗੌਰਵ ਜੀ, ਸਭ ਤੋਂ ਪਹਿਲਾਂ ਤਾਂ ਜੋ ਕੱਲ੍ਹ ਨੂੰ ਨਵਜੋਤ ਸਿੱਧੂ ਸਾਹਿਬ ਦੀ ਰਿਹਾਈ ਹੋ ਰਹੀ ਹੈ, ਉਹਨਾਂ ਦੇ ਪਰਿਵਾਰ ਨੂੰ ਬਹੁਤ ਵਧਾਈਆਂ, ਖਾਸ ਕਰਕੇ ਉਹਨਾਂ ਦੇ ਬੇਟੇ ਕਰਨ ਨੂੰ, ਪਟਿਆਲੇ ਤੋਂ ਹੀ ਹੈ, ਸਾਡਾ ਵੀ ਜੂਨੀਅਰ ਰਿਹਾ। ਸੋ ਮੈਂ ਇਹ ਸਮਝ ਸਕਦਾ, ਜੋ ਦਾ ਸੈਂਟੀਮੈਂਟ ਸਮਝ ਸਕਦਾ। ਉਹਦੇ ਫਾਦਰ ਬਾਹਰ ਆ ਰਹੇ ਨੇ ਰਾਜਨੀਤੀ ਤੋਂ ਅੱਡ ਹੋ ਕੇ, ਬਿਲਕੁਲ ਇੱਕ ਫਾਦਰ ਦਾ ਉਹਨਾਂ ਦੇ ਬੇਟੇ ਦੇ ਨਾਲ ਰਿਸ਼ਤਾ, ਤੇ ਅੱਜ ਅਗਰ ਸਿੱਧੂ ਸਾਹਿਬ ਦੀ ਰਿਹਾਈ ਹੋ ਰਹੀ ਹੈ ਤਾਂ ਕਰਨ ਨੂੰ ਵੀ ਬਹੁਤ-ਬਹੁਤ ਮੁਬਾਰਕਾਂ, ਉਹਨਾਂ ਦੇ ਸਾਰੇ ਪਰਿਵਾਰ ਨੂੰ ਮੁਬਾਰਕਾਂ। ਪਰ ਦੂਸਰੇ ਪਾਸੇ ਅਗਰ ਹੁਣ ਰਾਜਨੀਤਿਕ ਤੌਰ ਤੇ ਤੁਸੀਂ ਦੇਖੋਗੇ ਤਾਂ ਨਵਜੋਤ ਸਿੱਧੂ ਸਾਹਿਬ ਪੰਜਾਬ ਦੀ ਰਾਜਨੀਤੀ ਦਾ ਉਹ ਚਿਹਰਾ ਨੇ ਜਿਹੜੇ ਕਿ ਬਹੁਤ ਦੇਰ ਪਾਵਰ ਦੇ ਵਿੱਚ ਰਹੇ ਨੇ। ਨਵਜੋਤ ਸਿੱਧੂ ਸਾਹਿਬ ਕੋਲੇ ਮੈਂਬਰ ਪਾਰਲੀਮੈਂਟ ਅਨੇਕਾਂ ਵਾਰੀ ਬਣੇ, ਇਹਨਾਂ ਦੇ ਧਰਮ ਪਤਨੀ ਨਵਜੋਤ ਕੌਰ ਸਿੱਧੂ ਜੀ, ਉਹ CPS ਰਹੇ, ਹੈਲਥ ਡਿਪਾਰਟਮੈਂਟ ਚਲਾਇਆ, ਫਿਰ ਸਿੱਧੂ ਸਾਹਿਬ ਆਪ ਲੋਕਲ ਬੋਡੀਜ਼ ਦੇ ਮਿਨਿਸਟਰ ਰਹੇ। ਸੋ ਰਾਜਨੀਤੀ ਦੇ ਵਿੱਚ ਜਿਹੜਾ ਆਂਕਲਨ ਹੁੰਦਾ ਉਹ ਹੁੰਦਾ ਤੁਹਾਡੇ ਕੰਮ ਨਾਲ ਜੋ ਤੁਸੀਂ ਡਿਲੀਵਰ ਕੀਤਾ। ਪਰ ਇੰਨਾ ਲੰਬਾ ਇਨਿੰਗਸ ਰਾਜਨੀਤੀ ਦੇ ਵਿੱਚ ਰਹੀ, ਪਰ ਸਿੱਧੂ ਪਰਿਵਾਰ ਕੋਲੇ ਇੱਕ ਕੰਮ ਐਸਾ ਨਹੀਂ ਹੈਗਾ ਜਿਹੜਾ ਇਹ ਦੱਸ ਸਕਣ ਕਿ ਅਸੀਂ ਪੰਜਾਬ ਵਾਸਤੇ ਕੀਤਾ ਜਾਂ ਪੰਜਾਬੀਆਂ ਵਾਸਤੇ ਕੀਤਾ। ਅੰਮ੍ਰਿਤਸਰ ਲਈ ਕੋਈ ਵੱਡਾ ਪ੍ਰੋਜੈਕਟ ਲਿਆਉਣ ਦੇ ਵਿੱਚ ਪਰਿਵਾਰ ਨਾਕਾਮ ਰਿਹਾ। ਸੋ ਰਾਜਨੀਤੀ ਦਾ ਜਿਹੜਾ ਆਂਕਲਨ ਹੈ ਉਹ ਹਮੇਸ਼ਾ ਉਸ ਤੇ ਹੁੰਦਾ ਕਿ ਤੁਹਾਡੇ ਕੋਲ ਕੀ ਅਹੁਦੇ ਰਹੇ ਤੇ ਤੁਸੀਂ ਕੀ ਕੀਤਾ। ਔਰ ਖਾਸ ਕਰਕੇ ਜਿਹੜਾ ਲਾਸਟ 6 ਮਹੀਨੇ ਦਾ ਕਾਂਗਰਸ ਦਾ ਦੌਰ ਰਿਹਾ, ਜਿਹਦਾ ਨਵਜੋਤ ਸਿੱਧੂ ਬਹੁਤ ਪਾਵਰਫੁਲ ਰਹੇ, ਮੰਤਰੀ ਉਹਨਾਂ ਦੇ ਕਹਿਣ ਤੇ ਬਣੇ,
ਔਰ ਕਿੰਨੇ ਘਪਲੇ ਹੋਏ, ਖਾਸ ਕਰਕੇ ਰਾਜਾ ਵੜਿੰਗ ਜੀ ਦੇ ਮਹਿਕਮੇ ਦੇ ਵਿੱਚ, ਆਸ਼ੂ ਜੀ ਦੇ ਮਹਿਕਮੇ ਦੇ ਵਿੱਚ, ਉਹ ਸਾਰਾ ਲੋਕਾਂ ਨੇ ਦੇਖ ਲਿਆ, ਲੋਕਾਂ ਨੇ ਪਰਫਾਰਮੈਂਸ ਦੇਖ ਲਈ। ਸੋ ਪਰਫਾਰਮੈਂਸ ਦੇ ਆਧਾਰ ਤੇ ਜਦੋਂ ਲੋਕਾਂ ਨੇ ਚੁਣਨਾ ਹੈ ਤਾਂ ਕਾਂਗਰਸ ਪਲੱਸ ਨਵਜੋਤ ਸਿੱਧੂ ਉਹ ਪਰਫਾਰਮੈਂਸ ਲੋਕ ਦੇਖ ਚੁੱਕੇ ਨੇ। ਸੋ ਅਗਰ ਪਰਫਾਰਮੈਂਸ ਤੇ ਅੰਕਲਨ ਹੋਣਾ ਹੈ ਤਾਂ ਉਹ ਗੱਲ ਮੈਨੂੰ ਨਹੀਂ ਜੱਚਦੀ। ਠੀਕ ਹੈ। ਔਰ ਦੂਜੀ ਗੱਲ ਜਿਹੜੀ ਜਸਕਰਨ ਕਾਲੋਂ ਜੀ ਨੇ ਕਹੀ ਹੈ, ਜੀ ਇਹਨਾਂ ਨੇ ਵੈਸੇ ਮੈਨੂੰ ਲੱਗਦਾ ਆਊਟ ਆਫ ਦ ਵੇ ਇੱਕ ਜਾ ਕੇ ਗੱਲ ਕਹਿਤੀ ਕਿ ਜੀ ਸੁਖਬੀਰ ਬਾਦਲ ਸਾਹਿਬ ਉੱਥੇ ਲੈਣ ਨਹੀਂ ਗਏ। ਮੈਂ ਇਹ ਗੱਲ ਕਹਿ ਦਿੰਦਾ ਕਿ ਜਿੱਦਣ ਸਰਦਾਰ ਬਿਕਰਮ ਮਜੀਠੀਆ ਰਿਹਾ ਹੋ ਕੇ ਆਏ ਸੀ, ਸਭ ਤੋਂ ਪਹਿਲਾਂ ਚੰਡੀਗੜ੍ਹ 'ਚ ਸਵਾਗਤ ਹੀ ਭੈਣ ਜੀ ਹਰਸਿਮਰਤ ਕੌਰ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਕੀਤਾ ਸੀ। ਪਹਿਲਾ ਮੈਨੂੰ ਲੱਗਦਾ ਕਿ ਉਹ ਸਾਰੇ ਉੱਥੇ ਇਕੱਠੇ ਸੀ। ਸੋ ਕੱਲ ਨੂੰ ਅਗਰ ਰਾਜਾ ਵੜਿੰਗ ਸਾਹਿਬ ਉਹਨਾਂ ਦੇ ਘਰੇ ਪਹੁੰਚ ਕੇ ਸਵਾਗਤ ਕਰਦੇ ਨੇ ਤਾਂ ਫਿਰ ਦੇਖਣ ਦਾ ਵਿਸ਼ਾ ਹੋਏਗਾ। ਠੀਕ ਹੈ। ਔਰ ਜਿਹੜੀ ਤੀਸਰੀ ਗੱਲ ਹੈ, ਅੱਛਾ, ਤੁਹਾਨੂੰ ਐਕਸਾਈਟਮੈਂਟ ਨਜ਼ਰ ਆ ਰਹੀ ਹੈ? ਦੇਖੋ ਐਕਸਾਈਟਮੈਂਟ ਤਾਂ ਇਹ ਹੁੰਦੀ ਹੈ ਕਿ ਜਦੋਂ ਨਵਜੋਤ ਸਿੱਧੂ ਨੇ ਬਾਹਰ ਆ ਜਾਣਾ ਹੈ, ਹੁਣ ਕਾਂਗਰਸ ਦੇ ਅੰਦਰ ਆਪਣਾ ਇੱਕ ਐਂਟਰਟੇਨਮੈਂਟ ਚੈਨਲ ਸ਼ੁਰੂ ਹੋ ਜਾਣਾ। ਇਹਨਾਂ ਦੇ ਆਪਸ ਦੇ ਵਿੱਚ ਹੀ ਵਾਰ ਪਲਟਵਾਰ, ਕਿਉਂਕਿ ਪਹਿਲਾਂ ਅਮਰਿੰਦਰ ਸਿੰਘ ਤੇ ਵਰਸਸ ਨਵਜੋਤ ਸਿੱਧੂ ਚੱਲਦੇ ਰਹੇ, ਹੁਣ ਨਵਜੋਤ ਸਿੱਧੂ ਵਰਸਸ ਰਾਜਾ ਵੜਿੰਗ ਹੈ। ਰਾਜਾ ਵੜਿੰਗ ਦੀ ਬਾਡੀ ਲੈਂਗੁਏਜ ਤੁਹਾਨੂੰ ਦੱਸ ਚੁੱਕੇ ਆ, ਪਰ ਉਹ ਇਹਨਾਂ ਦਾ ਇੰਟਰਨਲ ਮੈਟਰ ਹੈ, ਮੈਂ ਉਹਦੇ 'ਚ ਜਾਣਾ ਨਹੀਂ ਚਾਹੁੰਦਾ। ਮੈਂ ਫਿਰ ਪੰਜਾਬ ਦੇ ਉੱਤੇ ਕੇਂਦਰਿਤ ਰਹੂੰਗਾ ਕਿ ਅੱਜ ਪੰਜਾਬ ਦੇ ਉੱਤੇ ਇੱਕ ਬਹੁਤ ਵੱਡਾ ਸੰਕਟ ਹੈ। ਸਰਕਾਰ ਬੁਰੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੀ ਫੇਲ ਹੋ ਚੁੱਕੀ ਹੈ। ਸੋ ਪਾਰਟੀਆਂ ਦੇ ਅੰਦਰ ਕੀ ਚੱਲ ਰਿਹਾ ਹੈ ਉਹਦੇ ਨਾਲੋਂ ਵੀ ਜ਼ਿਆਦਾ ਮੈਨੂੰ ਲੱਗਦਾ ਧਰਤੀ ਦੇ ਉੱਤੇ ਜੋ ਮੈਨੇ ਰੱਖਦਾ। ਔਰ ਇੱਕ ਪਾਸੀ ਸਾਹਿਬ ਗੱਲ ਕਰਦੇ ਸੀ ਕਿ ਜੀ ਸੰਗਰੂਰ ਦੀ ਜਿਹੜੀ ਬਾਈ ਇਲੈਕਸ਼ਨ ਹੈ ਉਹ ਅਸੀਂ ਪਤਾ ਨਹੀਂ ਸਾਰੀਆਂ ਪਾਰਟੀਆਂ ਤੋਂ ਉੱਪਰ ਰਹਿ ਗਏ। ਇਹ ਪਾਸੀ ਸਾਹਿਬ ਨੂੰ ਇੱਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਤਾਂ ਹੋਇਆ ਕਿਉਂਕਿ ਅਕਾਲੀ ਦਲ ਦੇ ਦੋ ਕੈਂਡੀਡੇਟ ਲੜ ਪਏ। ਇੱਕ ਜਿੱਤਿਆ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ, ਉਦੋਂ ਸੈਂਟੀਮੈਂਟ ਉਹਨਾਂ ਕ ਨਹੀਂ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ ਵੋਟ ਨਹੀਂ ਪੈ ਸਕੀ। ਪਰ ਪਾਸੀ ਸਾਹਿਬ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਹਿਲੀ ਵਾਰੀ ਹੋਇਆ ਸੀਗਾ ਕਿ 2 ਮਹੀਨਿਆਂ ਦੇ ਵਿੱਚ ਹੀ ਕੋਈ ਸਰਕਾਰ ਇੰਨੇ ਬੁਰੇ ਤਰੀਕੇ ਨਾਲ ਲੋਕਾਂ ਦੇ ਮਨਾਂ ਤੋਂ ਉਤਰ ਜੇ ਕਿ ਉੱਥੋਂ ਬਾਈ ਇਲੈਕਸ਼ਨ ਹਾਰ ਜੇ ਜਿੱਥੋਂ ਉਹਨਾਂ ਦਾ ਗੜ ਹੋਵੇ, ਜਿੱਥੋਂ ਜਨਮੀ ਹੋਵੇ। ਔਰ ਇਹਨਾਂ ਦੇ ਮੰਤਰੀ ਕਹਿੰਦੇ ਸੀ ਸੰਗਰੂਰ ਤਾਂ ਸਾਡੀ ਜੜ ਹੈ, ਔਰ ਉਹਨਾਂ ਦੀ ਜੜ ਪੁੱਟੀ ਗਈ ਸੀ। ਔਰ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਮੁੱਦੇ ਨੂੰ ਡਿੱਗਦੀ ਜਾ ਰਹੀ ਹੈ, ਚਾਹੇ ਉਹ ਲਾਅ ਐਂਡ ਆਰਡਰ ਦਾ ਵਿਸ਼ਾ ਹੋਵੇ, ਚਾਹੇ ਉਹ ਲੋਕਾਂ ਨੂੰ ਕੋਈ ਸਹੂਲਤ ਨਾ ਪਹੁੰਚਾਉਣੀ ਹੋਵੇ, ਕੋਈ ਡਿਵੈਲਪਮੈਂਟ ਨਾ ਕਰਨੀ ਹੋਵੇ। ਔਰ ਹੁਣ ਜੋ ਅੰਮ੍ਰਿਤਪਾਲ ਦੇ ਇਸ਼ੂ ਤੇ ਆ ਕੇ ਹਾਸੋਹੀਣੀ ਸਥਿਤੀ ਬਣੀ ਸਰਕਾਰ ਦੀ ਕਿ 12 ਦਿਨਾਂ ਬਾਅਦ ਅੰਮ੍ਰਿਤਪਾਲ ਫੜਿਆ ਨਹੀਂ ਗਿਆ, ਨੌਜਵਾਨਾਂ ਨੂੰ ਇਹ ਅੱਤਵਾਦੀ ਕਹਿਣ ਲੱਗੇ ਔਰ ਕੇਂਦਰ ਨਾਲ ਰਲ ਕੇ ਚਲੋ ਠੀਕ ਹੈ, ਮੈਂ ਉਹ ਪੰਜਾਬ ਸਾਰਾ ਦੇਖ ਦੇਖੋ ਪਾਸੀ